ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA TV ਤੇ ਮੈਂ ਸੁਰਬੀਰ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਂ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਟਰੰਪ ਪ੍ਰਸ਼ਾਸਨ ਇਮੀਗ੍ਰੇਸ਼ਨ ਮਾਮਲਿਆਂ ਵਿੱਚ ਚੁਣੌਤੀਆਂ ਨੂੰ ਦੇਰੀ ਨਾਲ ਹੱਲ ਕਰਨ ਲਈ ਪਾ ਰਹੇ ਜ਼ੋਰ। ਅਮਰੀਕੀ ਇਮੀਗ੍ਰੇਸ਼ਨ ਵੱਲੋਂ ਫੜੇ ਗਏ ਟਿਊਮਰ ਵਾਲੇ ਸਿੱਖ ਵਿਅਕਤੀ ਨੂੰ ਡਾਕਟਰੀ ਦੇਖਭਾਲ ਤੋਂ ਕੀਤਾ ਜਾ ਰਿਹਾ ਇਨਕਾਰ। US ਤੋਂ ਭਾਰਤੀ ਸਟੂਡੈਂਟਸ ਦਾ ਮੋਹ ਹੋਇਆ ਭੰਗ, ਟਰੰਪ ਨੀਤੀਆਂ ਕਾਰਨ ਯੂਨੀਵਰਸਿਟੀਆਂ 'ਚ ਘਟਦੀ ਜਾ ਰਹੀ ਰੌਣਕ। ਵੱਡੀ ਖਬਰ, ਬਾਰ ਦੇ ਵਿੱਚ ਚੱਲ ਗਈਆਂ ਤਾਬੜਤਾੜ ਗੋਲੀਆਂ, ਇੰਜੋਏ ਕਰਨ ਗਏ ਲੋਕਾਂ ਨੂੰ ਗਵਾਉਣੀ ਪਈ ਜਾਨ। ਟਰੰਪ ਪ੍ਰਸ਼ਾਸਨ ਦਾ ਯੂ ਟਰਨ, ਮੁੜ ਸੱਦੇ ਬਰਖਾਸਤ CDC ਮੁਲਾਜ਼ਮ। ਟਰੰਪ ਵੱਲੋਂ ਰੂਸ ਨੂੰ ਧਮਕੀ, ਜਲਦੀ ਜੰਗ ਖਤਮ ਨਾ ਕੀਤੀ ਤਾਂ ਯੂਕਰੇਨ ਨੂੰ ਮਿਜ਼ਾਈਲ ਦੇਣ ਦਾ ਕੀਤਾ ਦਾਅਵਾ। ਹੁਣ ਇਹਨਾਂ ਖਬਰਾਂ ਦਾ ਵਿਸਥਾਰ, ਇਸ ਦੇ ਨਾਲ ਹੀ ਦੇਸ਼ ਵਿਦੇਸ਼ ਨਾਲ ਜੁੜੀਆਂ तमाम ਖਬਰਾਂ। ਟਰੰਪ ਪ੍ਰਸ਼ਾਸਨ ਨੇ ਸਰਕਾਰੀ ਬੰਦ ਦੌਰਾਨ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਘੱਟੋ-ਘੱਟ 9 ਚੁਣੌਤੀਆਂ ਨੂੰ ਮੁਲਤਵੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਵਿੱਚ ਉਹ ਮਾਮਲੇ ਵੀ ਸ਼ਾਮਲ ਹਨ ਜੋ ਇਹ ਨਿਰਧਾਰਤ ਕਰ ਸਕਦੇ ਹਨ ਕਿ ਕੀ ਲੋਕਾਂ ਨੂੰ ਜ਼ਮਾਨਤ ਤੋਂ ਬਿਨਾਂ ਨਜ਼ਰਬੰਦੀ ਕੇਂਦਰਾਂ ਵਿੱਚ ਰੱਖਿਆ ਜਾ ਸਕਦਾ ਹੈ। ਬਿਨਾਂ ਜ਼ਮਾਨਤ ਹਿਰਾਸਤ ਦੇ ਮਾਮਲੇ ਵਿੱਚ ਜੱਜ ਬ੍ਰਾਇਨਾ ਮਿਰਚੇਫ ਨੇ ਇਹ ਕਿਹਾ ਕਿ ਜੇਕਰ ਬੰਦ ਦੌਰਾਨ ਦੇਸ਼ ਨਿਕਾਲੇ ਦਾ ਉਪਕਰਨ ਅਜੇ ਵੀ ਚੱਲ ਰਿਹਾ ਹੈ ਤਾਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਚੁਣੌਤੀ ਵੀ ਜਾਰੀ ਰਹਿਣੀ ਚਾਹੀਦੀ ਹੈ, ਕਿਉਂਕਿ ਸ਼ਟਡਾਊਨ ਦੇ ਵਿੱਚ ਇਮੀਗ੍ਰੇਸ਼ਨ ਉੱਤੇ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰੀ ਬੰਦ ਦੇ ਬਾਵਜੂਦ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਗੈਰ ਨਾਗਰਿਕਾਂ ਨੂੰ ਭਾਈਚਾਰੇ ਤੋਂ ਹਟਾਉਣਾ ਜਾਰੀ ਰੱਖਦੀ ਹੈ। ਇਸ ਮਾਮਲੇ ਵਿੱਚ ਚੁਣੌਤੀ ਦਿੱਤੀ ਗਈ ਨੀਤੀ ਦੇ ਤਹਿਤ ਗੈਰ ਨਾਗਰਿਕਾਂ ਨੂੰ ਹਿਰਾਸਤ ਵਿੱਚ ਰੱਖਿਆ ਜਾਣਾ ਜਾਰੀ ਹੈ ਅਤੇ ਇਮੀਗ੍ਰੇਸ਼ਨ ਅਦਾਲਤਾਂ ਹਿਰਾਸਤ ਵਿੱਚ ਲਏ ਗਏ ਜਵਾਬਦੇਹੀਆਂ ਨਾਲ ਸੰਬੰਧਿਤ ਮਾਮਲਿਆਂ ਦੀ ਪ੍ਰਕਿਰਿਆ ਜਾਰੀ ਰੱਖਦੀਆਂ ਹਨ। ਸੋ ਅਦਾਲਤ ਦੇ ਹੁਕਮ ਵਿੱਚ ਇਹ ਸਭ ਕੁਝ ਕਿਹਾ ਗਿਆ ਹੈ। ਇਹ ਦੇਖਦੇ ਹੋਏ ਕਿ ਚੁਣੌਤੀਪੂਰਨ ਨੀਤੀ ਦੇ ਅਧੀਨ ਵਿਅਕਤੀਆਂ ਨੂੰ ਲਗਾਤਾਰ ਹਿਰਾਸਤ ਵਿੱਚ ਰੱਖਿਆ ਜਾ ਰਿਹਾ ਹੈ, ਅਦਾਲਤ ਇਸ ਫੈਸਲੇ ਤੇ ਅਣਮਿੱਥੇ ਸਮੇਂ ਲਈ ਰੋਕ ਲਗਾਉਣ ਤੋਂ ਇਨਕਾਰ ਕਰਦੀ ਹੈ ਕਿ ਕੀ ਅਜਿਹੇ ਵਿਅਕਤੀਆਂ ਨੂੰ ਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਰੱਖਿਆ ਗਿਆ। ਇਸ ਵਿੱਚ ਇਹ ਵੀ ਕਿਹਾ ਗਿਆ ਹੈ, ਇਮੀਗ੍ਰੈਂਟ ਐਡਵੋਕੇਸੀ ਗਰੁੱਪਾਂ ਨੇ ਕੈਲੀਫੋਰਨੀਆ ਦੇ ਵਿੱਚ 8 ਜੁਲਾਈ ਦੇ ਨੀਤੀ ਬਦਲਾਅ ਦੇ ਖਿਲਾਫ ਕਲਾਸ ਐਕਸ਼ਨ ਮੁਕੱਦਮਾ ਦਾਇਰ ਕੀਤਾ, ਜਿਸ ਵਿੱਚ ਉਹਨਾਂ ਲੋਕਾਂ ਲਈ ਬਾਂਡ ਯੋਗਤਾ ਖਤਮ ਹੋ ਗਈ ਜੋ ਸਾਲਾਂ ਤੋਂ ਦੇਸ਼ ਵਿੱਚ ਰਹਿ ਰਹੇ ਹਨ ਪਰ ਹਿਰਾਸਤ ਕੇਂਦਰਾਂ ਵਿੱਚ ਹਨ, ਜਦਕਿ ਉਹਨਾਂ ਦੇ ਇਮੀਗ੍ਰੇਸ਼ਨ ਕੇਸ ਜਾਰੀ ਹਨ। ਇਹ ਟਰੰਪ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਦਰਪੇਸ਼ ਘੱਟੋ-ਘੱਟ 9 ਕਾਨੂੰਨੀ ਚੁਣੌਤੀਆਂ ਵਿੱਚੋਂ ਇੱਕ ਹੈ, ਜਿਸ ਨੂੰ ਨਿਆਂ ਵਿਭਾਗ ਨੇ ਬੰਦ ਦੌਰਾਨ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਜੋ ਹੁਣ ਆਪਣੇ ਦੂਜੇ ਹਫ਼ਤੇ ਵਿੱਚ ਹੈ ਅਤੇ ਅੰਤ ਵੱਲ ਕੋਈ ਪ੍ਰਗਤੀ ਨਹੀਂ ਹੈ। ਸੋ ਇਮੀਗ੍ਰੇਸ਼ਨ ਮਾਮਲਿਆਂ ਨੂੰ ਲੈ ਕੇ ਸਰਕਾਰ ਤੇ ਮੁਕੱਦਮਾ ਕਰਨ ਵਾਲੇ ਕੁਝ ਸਮੂਹਾਂ ਦਾ ਤਰਕ ਹੈ ਕਿ ਮਾਮਲਿਆਂ ਨੂੰ ਰੋਕ ਕੇ ਰੱਖਣ ਦੇ ਗੰਭੀਰ ਪ੍ਰਭਾਵ ਪੈਣਗੇ। ਉਦਾਹਰਣ ਵਜੋਂ ਕਿ ਗ੍ਰਹਿ ਸੁਰੱਖਿਆ ਵਿਭਾਗ ਵੈਨਜ਼ੂਏਲਾ ਵਾਸੀਆਂ ਲਈ ਅਸਥਾਈ ਸੁਰੱਖਿਅਤ ਸਥਿਤੀ ਨੂੰ ਖਤਮ ਕਰ ਸਕਦਾ ਹੈ। ਇਸ ਬਾਰੇ ਮਾਮਲਾ ਲਗਭਗ 6 ਲੱਖ ਲੋਕਾਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦਾ ਹੈ ਅਤੇ ਇਨ੍ਹਾਂ ਸੁਰੱਖਿਆਵਾਂ ਵਾਲੇ ਦੂਜਿਆਂ ਲਈ ਇਸ ਦੇ ਨਤੀਜੇ ਹੋ ਸਕਦੇ ਹਨ। 2 ਮਹੀਨਿਆਂ ਤੋਂ ਵੱਧ ਸਮੇਂ ਤੋਂ 48 ਸਾਲ ਦੇ ਪਰਮਜੀਤ ਸਿੰਘ, ਜੋ ਕਿ ਇੱਕ ਅਮਰੀਕੀ ਗ੍ਰੀਨ ਕਾਰਡ ਧਾਰਕ ਹੈ ਅਤੇ ਦਿਮਾਗੀ ਟਿਊਮਰ ਅਤੇ ਦਿਲ ਦੀ ਬਿਮਾਰੀ ਨਾਲ ਜੂਝ ਰਿਹਾ ਹੈ, ਉਸ ਨੂੰ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਇੱਕ ਹਿਰਾਸਤ ਕੇਂਦਰ ਵਿੱਚ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪਰਮਜੀਤ ਇੱਕ ਭਾਰਤੀ ਪਾਸਪੋਰਟ ਧਾਰਕ ਹੈ। 1994 ਤੋਂ ਗ੍ਰੀਨ ਕਾਰਡ ਤੇ ਅਮਰੀਕਾ ਵਿੱਚ ਰਹਿ ਰਿਹਾ ਹੈ। ਉਹ ਇੰਡੀਆਨਾ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਹੈ, ਜਿਨ੍ਹਾਂ ਦੇ ਕੋਲ ਗੈਸ ਸਟੇਸ਼ਨਾਂ ਦੀ ਇੱਕ ਲੜੀ ਵੀ ਹੈ। ਉਹਨਾਂ ਦੀ ਪਤਨੀ ਅਤੇ 2 ਬੱਚੇ ਵੀ ਅਮਰੀਕੀ ਨਾਗਰਿਕ ਹਨ, ਪਰ ਪਰਮਜੀਤ ਨੂੰ ਹੁਣ ਦੇਸ਼ ਨਿਕਾਲਾ ਮਿਲਣ ਦਾ ਖਤਰਾ ਬਣ ਗਿਆ ਹੈ। 30 ਜੁਲਾਈ ਨੂੰ ਉਸ ਨੂੰ ਭਾਰਤ ਦੀ ਯਾਤਰਾ ਤੋਂ ਵਾਪਸ ਆਉਂਦੇ ਸਮੇਂ ਸ਼ਿਕਾਗੋ ਓਹੇਅਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਉਦੋਂ ਤੋਂ ਉਹ ਉਹਨਾਂ ਦੀ ਹਿਰਾਸਤ ਵਿੱਚ ਹੈ। ਤੁਹਾਨੂੰ ਦੱਸ ਦੇ, ਇਸ ਸਮੇਂ ਕੁਝ ਸਿਹਤ ਸਮੱਸਿਆਵਾਂ ਤੋਂ ਜੂਝ ਰਿਹਾ ਹੈ। ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਅਧਿਕਾਰੀਆਂ ਨੇ 2 ਦਹਾਕੇ ਪੁਰਾਣੇ ਮਾਮਲਿਆਂ ਨੂੰ ਉਸ ਦੀ ਨਜ਼ਰਬੰਦੀ ਦੇ ਕਾਰਨਾਂ ਵਜੋਂ ਦਰਸਾਇਆ ਹੈ, ਪਰ ਪਰਮਜੀਤ ਦੇ ਪਰਿਵਾਰ ਅਤੇ ਵਕੀਲਾਂ ਦਾ ਕਹਿਣਾ ਹੈ ਕਿ ਉਸ ਦੇ ਖਿਲਾਫ ਕੋਈ ਸਰਗਰਮ ਕੇਸ ਨਹੀਂ ਹੈ। ਉਹਨਾਂ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਤੇ ਉਸ ਦੀ ਰਿਹਾਈ ਵਿੱਚ ਦੇਰੀ ਕਰਨ ਲਈ ਪੁਰਾਣੇ ਮਾਮਲਿਆਂ ਦੀ ਵਰਤੋਂ ਕਰਨ ਦਾ ਦੋਸ਼ ਵੀ ਲਗਾਇਆ
ਅਤੇ ਦੋਸ਼ ਲਗਾਇਆ ਕਿ ਉਸ ਨੂੰ ਦਿਮਾਗੀ ਟਿਊਮਰ ਅਤੇ ਦਿਲ ਦੀ ਬਿਮਾਰੀ ਦੇ ਬਾਵਜੂਦ ਸਹੀ ਡਾਕਟਰੀ ਦੇਖਭਾਲ ਦੀ ਘਾਟ ਹੈ, ਯਾਨੀ ਕਿ ਉਸ ਦਾ ਚੰਗੀ ਤਰੀਕੇ ਦੇ ਨਾਲ ਦੇਖਭਾਲ ਨਹੀਂ ਕੀਤੀ ਜਾ ਰਹੀ। ਪਰਮਜੀਤ ਦੀ ਭਤੀਜੀ ਨੇ ਯਾਨੀ ਕਿਰਨ ਵਿਰਕ ਨੇ ਵੀ ਦੱਸਿਆ ਕਿ ਉਹ ਨਿਯਮਿਤ ਤੌਰ ਤੇ ਬਿਨਾਂ ਕਿਸੇ ਇਮੀਗ੍ਰੇਸ਼ਨ ਸਮੱਸਿਆ ਦੇ ਭਾਰਤ ਆਉਂਦੇ ਹਨ। ਇਸ ਵਾਰ ਉਹਨਾਂ ਦੇ ਪਰਿਵਾਰ ਨੇ ਸ਼ਿਕਾਗੋ ਹਵਾਈ ਅੱਡੇ ਤੇ ਉਹਨਾਂ ਦੇ ਆਉਣ ਦੇ ਲਈ 7 ਘੰਟੇ ਇੰਤਜ਼ਾਰ ਕੀਤਾ। ਉਹ ਇਹ ਵੀ ਕਹਿੰਦੀ ਹੈ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਹਨਾਂ ਨੂੰ ਦੱਸਿਆ ਕਿ ਪਰਮਜੀਤ ਨੂੰ 1999 ਦੇ ਇੱਕ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ। ਪਰਿਵਾਰ ਦੀਆਂ ਅਪੀਲਾਂ ਦੇ ਬਾਵਜੂਦ ਉਸ ਨੂੰ ਇੰਡੀਆਨਾ ਦੇ ਕਲੇ ਕਾਉਂਟੀ ਹਿਰਾਸਤ ਕੇਂਦਰ ਵਿੱਚ ਭੇਜਣ ਤੋਂ ਪਹਿਲਾਂ 5 ਦਿਨਾਂ ਲਈ ਹਵਾਈ ਅੱਡੇ ਤੇ ਰੱਖਿਆ ਗਿਆ। ਇਸ ਮਾਮਲੇ ਵਿੱਚ ਪਰਮਜੀਤ ਵੱਲੋਂ ਬਿਨਾਂ ਪੈਸੇ ਦਿੱਤੇ ਜਨਤਕ ਫੋਨ ਦੀ ਵਰਤੋਂ ਕਰਨ ਦਾ ਮਾਮਲਾ ਵੀ ਸ਼ਾਮਲ ਹੈ। ਅਦਾਲਤ ਦੇ ਰਿਕਾਰਡ ਦਰਸਾਉਂਦੇ ਹਨ ਕਿ ਉਸ ਨੂੰ 10 ਦਿਨ ਜੇਲ੍ਹ ਕੱਟੀ ਅਤੇ 14,137.50 ਦਾ ਜੁਰਮਾਨਾ ਭਰਿਆ ਡਾਲਰ ਦਾ। ਇਸ ਸਜ਼ਾ ਨੇ ਉਸ ਦੀ ਅਮਰੀਕੀ ਨਾਗਰਿਕਤਾ ਨੂੰ ਰੋਕ ਦਿੱਤਾ ਹੈ। ਉਸ ਦੀ ਪਤਨੀ ਨੇ ਦੋਸ਼ ਲਗਾਇਆ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਦਾਲਤ ਦੀ ਸੁਣਵਾਈ ਦੌਰਾਨ ਇਹ ਕਿਹਾ ਕਿ ਪਰਮਜੀਤ ਅਜੇ ਵੀ 1.5 ਸਾਲ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਨੂੰ, ਜਿਸ ਵਿੱਚ ਸਿਰਫ 10 ਦਿਨ ਹੀ ਖਾਰਜ ਕੀਤੇ ਗਏ ਹਨ। ਇਮੀਗ੍ਰੇਸ਼ਨ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਪਰਮਜੀਤ ਨੂੰ 2008 ਵਿੱਚ ਇਲੀਨੋਇਸ ਵਿੱਚ ਇੱਕ ਜਾਲਸਾਜ਼ੀ ਦੇ ਅਪਰਾਧ ਦਾ ਦੋਸ਼ੀ ਠਹਿਰਾਇਆ ਗਿਆ ਸੀ, ਪਰ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਵਿਰੁੱਧ ਅਜਿਹੇ ਕੋਈ ਦੋਸ਼ ਨਹੀਂ ਹਨ। ਉਸ ਦੀ ਵਾਈਫ ਦਾ ਯਾਨੀ ਉਸ ਦੀ ਪਤਨੀ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਜਾਲਸਾਜ਼ੀ ਦੇ ਮਾਮਲੇ ਦਾ ਹਵਾਲਾ ਦੇ ਕੇ ਪਰਮਜੀਤ ਦੀ ਰਿਹਾਈ ਨੂੰ ਇਮੀਗ੍ਰੇਸ਼ਨ ਜੱਜ ਦੁਆਰਾ ਦਿੱਤੇ ਗਏ $10,000 ਦੇ ਬੌਂਡ ਤੇ ਰੋਕਿਆ ਹੈ। ਉਸਨੇ ਕਿਹਾ ਕਿ ਪਰਿਵਾਰ ਦੁਆਰਾ ਰੱਖੇ ਗਏ ਇੱਕ ਨਿੱਜੀ ਜਾਸੂਸ ਨੂੰ ਰਾਜ ਵਿੱਚ ਪਰਮਜੀਤ ਸਿੰਘ ਨਾਮ ਦੇ ਵਿਅਕਤੀ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਅਧਿਕਾਰੀਆਂ ਨੇ ਉਸ ਨੂੰ ਕੋਈ ਹੋਰ ਸਮਝ ਕੇ ਹਿਰਾਸਤ ਵਿੱਚ ਲੈ ਲਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਵੀਜ਼ਾ ਨੀਤੀਆਂ ਕਾਰਨ ਅਮਰੀਕੀ ਯੂਨੀਵਰਸਿਟੀਆਂ 'ਚ ਸਰਦ ਸਮੈਸਟਰ ਦੀ ਸ਼ੁਰੂਆਤ ਤੋਂ ਪਹਿਲਾਂ ਅਗਸਤ 'ਚ ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦੀ ਆਮਦ ਵਿੱਚ ਭਾਰੀ ਗਿਰਾਵਟ ਆਈ ਹੈ। ਵਿਦਿਆਰਥੀਆਂ ਦੀ ਆਮਦ ਦੀ ਇਹ ਗਿਣਤੀ ਕੋਵਿਡ ਮਹਾਮਾਰੀ ਤੋਂ ਬਾਅਦ ਸਭ ਤੋਂ ਘੱਟ ਦੱਸੀ ਜਾ ਰਹੀ ਹੈ, ਜਦਕਿ ਪਿਛਲੇ ਸਾਲ ਇਸੇ ਮਿਆਦ ਦੇ ਮੁਕਾਬਲੇ ਇਹ ਗਿਰਾਵਟ 44% ਤੋਂ ਵੱਧ ਹੈ। ਵਣਜ ਵਿਭਾਗ ਦੇ ਅਧੀਨ ਇੱਕ ਅਮਰੀਕੀ ਸਰਕਾਰੀ ਏਜੰਸੀ ਅੰਤਰਰਾਸ਼ਟਰੀ ਵਪਾਰ ਪ੍ਰਸ਼ਾਸਨ ਦੇ ਆંકੜੇ ਅਨੁਸਾਰ ਇਸ ਸਾਲ ਅਗਸਤ 'ਚ 41,540 ਭਾਰਤੀ ਵਿਦਿਆਰਥੀ ਵੀਜ਼ਾ ਤੇ ਅਮਰੀਕਾ ਪਹੁੰਚੇ। ਇਹ ਗਿਣਤੀ 2020 ਤੋਂ ਬਾਅਦ ਸਭ ਤੋਂ ਘੱਟ ਹੈ, ਜਦੋਂ ਮਹਾਮਾਰੀ ਕਾਰਨ ਯਾਤਰਾ ਪਾਬੰਦੀਆਂ ਲਾਗੂ ਸਨ। 2021 ਵਿੱਚ ਸਟੂਡੈਂਟ ਵੀਜ਼ਾ ਤੇ 54,000 ਤੋਂ ਵੱਧ ਭਾਰਤੀ ਆਏ, ਜੋ 2022 ਵਿੱਚ ਵੱਧ ਕੇ 80,486 ਅਤੇ 2023 ਦੇ ਵਿੱਚ 93,833 ਹੋ ਗਏ। ਅਗਸਤ 2024 ਵਿੱਚ ਇਹ ਗਿਣਤੀ ਘਟ ਕੇ 74,825 ਹੋ ਗਈ ਸੀ। ਮਹਾਮਾਰੀ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਭਾਵ ਕਿ ਪਹਿਲੇ ਸਾਲ ਅਗਸਤ 2017 ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਆਮਦ ਘਟ ਕੇ 41,192 ਹੋ ਗਈ ਸੀ ਅਤੇ 2018 ਅਤੇ 2019 ਦੇ ਵਿੱਚ ਇਹ ਲਗਭਗ 41,000 ਰਹੇ। ਮਹਾਮਾਰੀ ਤੋਂ ਪਹਿਲਾਂ ਓਬਾਮਾ ਪ੍ਰਸ਼ਾਸਨ ਦੇ ਦੂਜੇ ਕਾਰਜਕਾਲ ਦੇ ਆਖਰੀ 2 ਸਾਲਾਂ 'ਚ ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦੀ ਆਮਦ ਇਸ ਅਗਸਤ ਦੇ ਮੁਕਾਬਲੇ ਵੱਧ ਸੀ। ਪਿਛਲੇ ਸਾਲਾਂ ਦੇ ਆંકੜੇ ਦਰਸਾਉਂਦੇ ਹਨ ਕਿ ਅਗਸਤ ਸਤੰਬਰ ਦੇ ਵਿੱਚ ਸ਼ੁਰੂ ਹੋਣ ਵਾਲੇ ਸਮੈਸਟਰ ਦੇ ਨਾਲ ਸਟੂਡੈਂਟ ਵੀਜ਼ਾ ਤੇ ਆਮਦ ਆਮ ਤੌਰ ਤੇ ਅਗਸਤ 'ਚ ਸਿਖਰ ਤੇ ਹੁੰਦੀ ਹੈ। ਅਮਰੀਕਾ ਤੋਂ ਇੱਕ ਸਨਸਨੀਖੇਜ਼ ਖਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਦੱਖਣੀ ਕੈਰੋਲੀਨਾ ਦੇ ਗੁੱਲਾ ਬਹੁਗਿਣਤੀ ਵਾਲੇ ਤਟਵਰਤੀ ਖੇਤਰ ਦੇ ਨੇੜੇ ਇੱਕ ਟਾਪੂ ਤੇ ਭੀੜ ਭੜੱਕੇ ਵਾਲੇ ਬਾਰ ਵਿੱਚ ਅਚਾਨਕ ਤਾਬੜਤੋੜ ਗੋਲੀਆਂ ਚੱਲ ਗਈਆਂ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਘੱਟੋ-ਘੱਟ 20 ਹੋਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ ਦੇ ਮਗਰੋਂ ਅਧਿਕਾਰੀ ਐਤਵਾਰ ਸਵੇਰੇ ਸੈਂਟ ਹੈਲੇਨਾ ਟਾਪੂ ਤੇ ਵਿਲੀਜ਼ ਬਾਰ ਐਂਡ ਗ੍ਰਿਲ ਵਿਖੇ ਪਹੁੰਚੇ। ਜਿਸ ਵੇਲੇ ਇਹ ਘਟਨਾ ਵਾਪਰੀ ਉਸ ਸਮੇਂ ਬਾਰ 'ਚ ਕਾਫੀ ਭੀੜ ਸੀ ਅਤੇ ਅਚਾਨਕ ਗੋਲੀਆਂ ਚੱਲਣ ਦੇ ਨਾਲ ਮਿੰਟਾਂ ਦੇ ਵਿੱਚ ਭਾਜੜਾਂ ਪੈ ਗਈਆਂ, ਜਿਸ ਕਾਰਨ ਕਈ ਲੋਕਾਂ ਨੂੰ ਗੋਲੀਆਂ ਲੱਗੀਆਂ। ਬਾਰ ਦੇ ਮਾਲਕ ਵਿਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਾਇਰਿੰਗ ਹੋਣ ਮਗਰੋਂ ਚੀਕ ਚਿਹਾੜਾ ਪੈ ਗਿਆ ਤੇ ਲੋਕ ਡਰ ਕੇ ਇੱਧਰ-ਉੱਧਰ ਭੱਜਣ ਲੱਗੇ। ਬਿਊਫੋਰਡ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਬਿਆਨ ਵਿੱਚ ਕਿਹਾ ਕਿ ਬਹੁਤ ਸਾਰੇ ਲੋਕ ਗੋਲੀਬਾਰੀ ਤੋਂ ਬਚਣ ਦੇ ਲਈ ਨੇੜਲੀਆਂ ਦੁਕਾਨਾਂ ਵੱਲ ਭੱਜੇ। ਉਹਨਾਂ ਨੇ ਕਿਹਾ ਇਹ ਘਟਨਾ ਸਾਰਿਆਂ ਲਈ ਦੁਖਦਾਈ ਹੈ। ਅਸੀਂ ਤੁਹਾਡੇ ਤੋਂ ਸ਼ਾਂਤੀ ਤੇ ਧੀਰਜ ਦੀ ਅਪੀਲ ਕਰਦੇ ਹਾਂ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤੇ ਸਾਡੀਆਂ ਸੰਵੇਦਨਾਵਾਂ ਸਾਰੇ ਪੀੜਤਾਂ ਅਤੇ ਉਹਨਾਂ ਦੇ ਅਜੀਜ਼ਾਂ ਦੇ ਨਾਲ ਹਨ।
ਐਤਵਾਰ ਦੁਪਹਿਰ ਤੱਕ ਜ਼ਖਮੀਆਂ ਵਿੱਚੋਂ 4 ਦੀ ਹਾਲਤ ਗੰਭੀਰ ਸੀ ਤੇ ਪੀੜਤਾ ਦੀ ਪਛਾਣ ਹਲੇ ਜਾਰੀ ਨਹੀਂ ਕੀਤੀ ਗਈ ਤੇ ਗੋਲੀਬਾਰੀ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅਮਰੀਕਾ 'ਚ 11 ਦਿਨਾਂ ਤੋਂ ਜਾਰੀ ਸ਼ਟਡਾਊਨ 'ਚ ਟਰੰਪ ਪ੍ਰਸ਼ਾਸਨ ਤੇਜ਼ੀ ਨਾਲ ਸੰਘੀ ਮੁਲਾਜ਼ਮਾਂ ਦੀ ਛਾਂਟੀ ਦਾ ਪ੍ਰੋਗਰਾਮ ਚਲਾ ਰਿਹਾ ਹੈ। ਇਸ ਵਿੱਚ तमाम ਵਿਭਾਗਾਂ ਲਈ ਜ਼ਰੂਰੀ ਮੁਲਾਜ਼ਮਾਂ ਤੇ ਵੀ ਗਾਜ ਡਿੱਗ ਰਹੀ ਹੈ। ਅਜਿਹੇ ਇੱਕ ਵਿਭਾਗ ਸੈਂਟਰਸ ਫॉर ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨਸ ਦੇ ਮਾਹਰਾਂ ਨੂੰ ਵੀ ਸ਼ੁੱਕਰਵਾਰ ਨੂੰ ਕਾਲੀ 'ਚ ਬਰਖਾਸਤ ਕਰ ਦਿੱਤਾ ਗਿਆ ਸੀ। ਟਰੰਪ ਪ੍ਰਸ਼ਾਸਨ ਨੇ ਹੁਣ ਆਪਣੀ ਗਲਤੀ ਦਾ ਅਹਿਸਾਸ ਮਹਿਸੂਸ ਕੀਤਾ ਅਤੇ ਗਲਤੀ ਦੇ ਅਹਿਸਾਸ ਹੋਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਵਾਪਸ ਕੰਮ ਤੇ ਬੁਲਾ ਲਿਆ। ਉੱਥੇ ਹੀ ਸ਼ਟਡਾਊਨ ਵਿਰੋਧ ਦੂਰ ਕਰਨ ਲਈ ਸੰਸਦ ਮੈਂਬਰਾਂ ਦੇ ਮੰਗਲਵਾਰ ਤੋਂ ਪਹਿਲਾਂ ਪਰਤਣ ਦੀ ਸੰਭਾਵਨਾ ਨਹੀਂ ਹੈ। ਹਾਊਸ ਸਪੀਕਰ ਮਾਈਕ ਜੌਨਸਨ ਨੇ ਕਿਹਾ ਕਿ ਜਦੋਂ ਤੱਕ ਦੋਵੇਂ ਪੱਖ ਸਟਾਪ ਗੈਪ ਬਿੱਲ ਨੂੰ ਪਾਸ ਕਰਨ ਤੇ ਤਿਆਰ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਸੰਸਦ ਨੂੰ ਬੰਦ ਹੀ ਰੱਖਣਾ ਚਾਹੁੰਦੇ ਹਨ। ਮਿਲਜ਼ ਰਿਸਪੌਂਸ ਦੀ ਇਨਸੀਡੈਂਟ ਕਮਾਂਡਰ ਅਥਾਲੀਆ ਕ੍ਰਿਸਟੀ ਕੋਲ ਇਬੋਲਾ, ਮਾਰਬਰਗ ਤੇ ਇੰਪੌਕਸ ਵਰਗੀਆਂ ਗੰਭੀਰ ਬਿਮਾਰੀਆਂ ਦੇ ਨਾਲ ਨਜਿੱਠਣ ਦਾ 30 ਸਾਲ ਤਜਰਬਾ ਹੈ। ਅਕਸਰ ਅਜਿਹੀਆਂ ਬਿਮਾਰੀਆਂ ਫੈਲਣ ਤੇ ਵਾਈਟ ਹਾਊਸ ਵੱਲੋਂ ਉਸ ਨਾਲ ਸੰਪਰਕ ਕੀਤਾ ਜਾਂਦਾ ਸੀ। ਟਰੰਪ ਪ੍ਰਸ਼ਾਸਨ ਨੇ ਉਸ ਨੂੰ ਵੀ ਕੱਢ ਕੇ ਬਾਹਰ ਕਰ ਦਿੱਤਾ। ਹੁਣ ਉਸ ਨੂੰ ਵਾਪਸ ਲਿਆਂਦਾ ਗਿਆ। ਇਸੇ ਤਰ੍ਹਾਂ ਇੱਕ ਹੋਰ ਸੀਨੀਅਰ ਇਨਫੈਕਸ਼ਨਸ ਰੋਗ ਮਾਹਰ ਮੌਰੀਨ ਬਾਰਟੀ ਦੀ ਵੀ ਬਰਖਾਸਤਗੀ ਖਤਮ ਕੀਤੀ ਗਈ ਹੈ। ਉਹ ਗ੍ਰਹਿ ਵਿਭਾਗ ਲਈ ਕੰਮ ਕਰਦੀ ਸੀ। ਇਹ ਦੋਵੇਂ CDC ਦੇ ਗਲੋਬਲ ਹੈਲਥ ਸੈਂਟਰ 'ਚ ਕੰਮ ਕਰਦੀਆਂ ਸਨ, ਜਿਸ ਨੂੰ ਖਤਮ ਕਰ ਦਿੱਤਾ ਗਿਆ ਸੀ। ਰਾਸ਼ਟਰਪਤੀ ਟਰੰਪ ਨੇ ਕਿਹਾ ਉਹਨਾਂ ਨੇ ਉਸ ਫੰਡ ਦੀ ਪਛਾਣ ਕਰ ਲਈ ਹੈ ਜਿਸ ਰਾਹੀਂ ਫੌਜੀਆਂ ਨੂੰ ਸ਼ਟਡਾਊਨ ਮਿਆਦ ਦੌਰਾਨ ਤਨਖਾਹ ਦਾ ਭੁਗਤਾਨ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ, ਕਾਂਗਰਸ ਨੇ ਫੌਜੀਆਂ ਲਈ ਵਾਧੂ ਪੈਸੇ ਦੀ ਮਨਜ਼ੂਰੀ ਨਹੀਂ ਦਿੱਤੀ। ਪੈਂਟਾਗਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਵਿੱਤੀ ਸਾਲ ਦੌਰਾਨ ਖੋਜ ਜਾਂਚ ਤੇ ਮੁਲਾਂਕਣ ਕੰਮਾਂ ਲਈ ਤੈਅ $8 ਅਰਬ ਦੀ ਰਕਮ ਖਰਚ ਨਹੀਂ ਹੋਈ ਸੀ, ਜਿਸ ਨੂੰ ਫੌਜੀਆਂ ਲਈ ਤੈਅ ਕਰ ਦਿੱਤਾ ਗਿਆ। ਸੋ ਟਰੰਪ ਨੇ ਆਪਣੀ ਯੋਜਨਾ ਦੇ ਸਬੰਧ ਵਿੱਚ ਦੱਸਦੇ ਹੋਏ ਟਰੁੱਥ ਸੋਸ਼ਲ ਤੇ ਲਿਖਿਆ ਕਿ ਉਹ ਆਪਣੀ ਫੌਜ ਤੇ ਦੇਸ਼ ਦੀ ਰੱਖਿਆ ਨੂੰ ਡੈਮੋਕ੍ਰੇਟ ਪਾਰਟੀ ਦਾ ਬੰਦਕ ਨਹੀਂ ਬਣਨ ਦੇਣਗੇ, ਜਿਨ੍ਹਾਂ ਕਾਰਨ ਦੇਸ਼ 'ਚ ਖਤਰਨਾਕ ਸਰਕਾਰੀ ਸ਼ਟਡਾਊਨ ਚੱਲ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਯੂਕਰੇਨ ਦੇ ਨਾਲ ਲੰਮੇ ਸਮੇਂ ਤੋਂ ਜਾਰੀ ਜੰਗ ਨੂੰ ਖਤਮ ਨਹੀਂ ਕਰਦਾ ਤਾਂ ਅਮਰੀਕਾ ਯੂਕਰੇਨ ਨੂੰ ਲੰਮੀ ਦੂਰੀ ਦੀ ਟੋਮਹਾਕ ਮਿਜ਼ਾਈਲ ਦੇ ਸਕਦਾ ਹੈ। ਟਰੰਪ ਨੇ ਇਜ਼ਰਾਈਲ ਜਾਂਦਿਆਂ 에ਅਰ ਫੋਰਸ 1 ਜਹਾਜ਼ ਉੱਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਇਹ ਜੰਗ ਖਤਮ ਨਹੀਂ ਹੁੰਦੀ ਹੈ ਤਾਂ ਉਹ ਯੂਕਰੇਨ ਨੂੰ ਟੋਮਹਾਕ ਭੇਜਣਗੇ। ਸੋ ਟੋਮਹਾਕ ਬਿਹਤਰੀਨ ਤੇ ਬੇहद ਹਮਲਾਵਰ ਹਥਿਆਰ ਹੈ। ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਕਹਾਂਗਾ ਕਿ ਜੇਕਰ ਜੰਗ ਸਮਾਪਤ ਨਹੀਂ ਹੁੰਦੀ ਤਾਂ ਅਸੀਂ ਅਜਿਹਾ ਕਰ ਸਕਦੇ ਹਾਂ। ਟਰੰਪ ਨੇ ਹਾਲਾਂਕਿ ਇਹ ਕਿਹਾ ਕਿ ਹੋ ਸਕਦਾ ਹੈ ਕਿ ਅਸੀਂ ਅਜਿਹਾ ਨਾ ਕਰੀਏ ਤੇ ਇਹ ਵੀ ਹੋ ਸਕਦਾ ਹੈ ਕਿ ਅਸੀਂ ਅਜਿਹਾ ਕਰੀਏ। ਮੈਨੂੰ ਲੱਗਦਾ ਹੈ ਕਿ ਇਹ ਗੱਲ ਰੱਖਣੀ ਚਾਹੀਦੀ ਹੈ। ਟਰੰਪ ਦੀ ਇਹ ਟਿੱਪਣੀ ਐਤਵਾਰ ਨੂੰ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨਾਲ ਫੋਨ ਉੱਤੇ ਗੱਲਬਾਤ ਤੋਂ ਬਾਅਦ ਆਈ ਹੈ। ਟਰੰਪ ਨੇ ਕਿਹਾ ਉਹਨਾਂ ਨੂੰ ਉਸ ਗੱਲਬਾਤ ਵਿੱਚ ਟੋਮਹਾਕ ਮਿਜ਼ਾਈਲ ਭੇਜਣ ਦੀ ਸੰਭਾਵਨਾ ਦਾ ਜ਼ਿਕਰ ਕੀਤਾ ਸੀ। ਟਰੰਪ ਨੇ ਇਹ ਬਿਆਨ ਅਜਿਹੇ ਮੌਕੇ ਦਿੱਤਾ ਜਦੋਂ ਰੂਸ ਨੇ ਯੂਕਰੇਨ ਦੇ ਬਿਜਲੀ ਪਲਾਂਟਾਂ ਤੇ ਰਾਤੋਂ-ਰਾਤ ਹਮਲਾ ਕੀਤਾ ਹੈ। ਰੂਸ ਨੇ ਅਮਰੀਕਾ ਵੱਲੋਂ ਯੂਕਰੇਨ ਨੂੰ ਟੋਮਹਾਕ ਮਿਜ਼ਾਈਲਾਂ ਦਿੱਤੇ ਜਾਣ ਦੀ ਸੰਭਾਵਨਾ ਉੱਤੇ ਫਿਕਰ ਜਤਾਇਆ ਹੈ। JD ਵੈਂਸ ਨੇ ਪੁਸ਼ਟੀ ਕੀਤੀ ਕਿ ਵਾਈਟ ਹਾਊਸ ਵਿਦਰੋਹ ਐਕਟ ਨੂੰ ਲਾਗੂ ਕਰਨ ਬਾਰੇ ਗੱਲ ਕਰ ਰਿਹਾ ਹੈ, ਜੋ ਅਮਰੀਕੀ ਧਰਤੀ ਤੇ ਫੌਜਾਂ ਦੀ ਤੈਨਾਤੀ ਨੂੰ ਕਾਨੂੰਨੀ ਚੁਣੌਤੀਆਂ ਦੇ ਵਿਚਕਾਰ ਘਰੇਲੂ ਸ਼ਾਂਤੀ ਨੂੰ ਠੱਲ ਪਾਉਣ ਦੀ ਆਗਿਆ ਦੇਵੇਗਾ। ਇੱਕ ਪ੍ਰੋਗਰਾਮ ਦੇ ਵਿੱਚ ਵੈਂਸ ਤੋਂ ਪੁੱਛਿਆ ਗਿਆ ਸੀ ਕਿ ਡੋਨਾਲਡ ਟਰੰਪ ਰਾਸ਼ਟਰਪਤੀ ਗਾਰਡ ਬਲਾਂ ਅਤੇ ਇੱਥੋਂ ਤੱਕ ਕਿ ਘਰੇਲੂ ਸਥਿਤੀਆਂ ਵਿੱਚ ਅਮਰੀਕੀ ਫੌਜ ਨੂੰ ਤੈਨਾਤ ਕਰਨ ਲਈ ਐਮਰਜੈਂਸੀ ਸ਼ਕਤੀ ਲਾਗੂ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ ਤਾਂ ਰਾਸ਼ਟਰਪਤੀ ਆਪਣੇ ਸਾਰੇ ਵਿਕਲਪਾਂ ਤੇ ਵਿਚਾਰ ਕਰ ਰਹੇ ਹਨ। ਉਹਨਾਂ ਨੇ ਕਿਹਾ। ਉਹਨਾਂ ਨੇ ਵੀ ਕਿਹਾ ਕਿ ਅਸੀਂ ਇਸ ਬਾਰੇ ਗੱਲ ਕਰ ਰਹੇ ਹਾਂ ਕਿਉਂਕਿ ਸਾਡੇ ਸ਼ਹਿਰਾਂ ਦੇ ਵਿੱਚ ਅਪਰਾਧ ਕਾਬੂ ਤੋਂ ਬਾਹਰ ਹੋ ਗਿਆ। ਸੋ ਡੈਮੋਕ੍ਰੈਟਿਕ ਸੰਚਾਲਿਤ ਸ਼ਹਿਰਾਂ ਦੇ ਵਿੱਚ ਸੰਘੀ ਰਾਸ਼ਟਰੀ ਗਾਰਡ ਬਲਾਂ ਦੀ ਵਰਤੋਂ ਕਰਨ ਦੀਆਂ ਟਰੰਪ ਦੀਆਂ ਕੋਸ਼ਿਸ਼ਾਂ ਨੂੰ ਅਦਾਲਤਾਂ ਦੇ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਖਾਸ ਕਰਕੇ ਹਾਲ ਹੀ ਦੇ ਦਿਨਾਂ ਵਿੱਚ ਸ਼ਿਕਾਗੋ 'ਚ। ਉਪ ਰਾਸ਼ਟਰਪਤੀ ਦੀਆਂ ਇਹ ਟਿੱਪਣੀਆਂ ਟਰੰਪ ਦੇ ਵੱਲੋਂ ਓਵਲ ਦਫ਼ਤਰ ਤੋਂ ਬਗਾਵਤ ਐਕਟ ਦਾ ਹਵਾਲਾ ਦੇਣ ਤੋਂ ਕੁਝ ਦਿਨ ਬਾਅਦ ਆਈਆਂ, ਜਿਸ ਵਿੱਚ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਜੇ ਮੈਨੂੰ ਇਸ ਨੂੰ ਲਾਗੂ ਕਰਨਾ ਪਿਆ ਤਾਂ ਮੈਂ ਉਹ ਕਰਾਂਗਾ। ਫੌਜੀ ਬਲਾਂ ਨੂੰ ਘਰੇਲੂ ਧਰਤੀ ਤੇ ਕਾਨੂੰਨ ਲਾਗੂ ਕਰਨ ਵਾਲੇ ਫਰਜ਼ਾਂ ਵਿੱਚ ਸ਼ਾਮਲ ਹੋਣ ਤੋਂ ਵਰਜਿਤ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਹੋਣ ਵਾਲੀ ਜੰਗ ਨੂੰ ਰੁਕਵਾਉਣ ਦਾ ਦਾਅਵਾ ਕੀਤਾ।
ਟਰੰਪ ਨੇ ਕਿਹਾ ਕਿ ਉਹ ਹੁਣ ਤੱਕ ਦੁਨੀਆ ਦੀਆਂ 7 ਜੰਗਾਂ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਦਾ ਟਕਰਾਅ ਵੀ ਸ਼ਾਮਲ ਹੈ। ਡੋਨਾਲਡ ਟਰੰਪ ਨੇ ਇਹ ਦਾਅਵਾ ਕੀਤਾ ਕਿ ਉਹਨਾਂ ਨੇ ਕਈ ਵਿਵਾਦਾਂ ਦਾ ਨਿਪਟਾਰਾ ਸਿਰਫ ਟੈਰਿਫ ਦੇ ਆਧਾਰ ਤੇ ਕੀਤਾ। ਉਹਨਾਂ ਨੇ ਗਾਜ਼ਾ ਸ਼ਾਂਤੀ ਵਾਰਤਾ ਲਈ ਮਿਸਰ ਜਾਂਦੇ ਸਮੇਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਸ਼ੁਰੂ ਹੋਈ ਤਾਂ ਉਹਨਾਂ ਦੇ ਕੋਲ ਪਰਮਾਣੂ ਹਥਿਆਰ ਸਨ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਉਹ ਦੋਵਾਂ ਦੇਸ਼ਾਂ ਤੇ 100%, 150% ਅਤੇ 200% ਵਰਗੇ ਵੱਡੇ ਟੈਰਿਫ ਲਗਾ ਦੇਣਗੇ। ਉਹਨਾਂ ਨੇ ਦਾਅਵਾ ਕੀਤਾ ਕਿ ਮੈਂ ਟੈਰਿਫ ਲਗਾ ਰਿਹਾ ਤੇ ਇਸ ਚੇਤਾਵਨੀ ਨੇ ਉਸ ਮਾਮਲੇ ਦਾ ਨਿਪਟਾਰਾ 24 ਘੰਟਿਆਂ ਵਿੱਚ ਕਰ ਦਿੱਤਾ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਉਹਨਾਂ ਕੋਲ ਟੈਰਿਫ ਲਗਾਉਣ ਦੀ ਸਮਰੱਥਾ ਨਾ ਹੁੰਦੀ ਤਾਂ ਉਹ ਇਸ ਜੰਗ ਦਾ ਨਿਪਟਾਰਾ ਕਦੇ ਨਹੀਂ ਕਰ ਸਕਦੇ ਸਨ। ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਸਪਸ਼ਟ ਕੀਤਾ ਕਿ ਉਹਨਾਂ ਦਾ ਉਦੇਸ਼ ਨੋਬਲ ਸ਼ਾਂਤੀ ਪੁਰਸਕਾਰ ਜਿੱਤਣਾ ਨਹੀਂ ਸੀ। ਉਹਨਾਂ ਨੇ ਕਿਹਾ ਕਿ ਮੈਂ ਇਹ ਨੋਬਲ ਦੇ ਲਈ ਨਹੀਂ ਕੀਤਾ, ਇਸ ਨੂੰ ਲੋਕਾਂ ਦੀ ਜਾਨ ਬਚਾਉਣ ਲਈ ਕੀਤਾ ਹੈ। ਇਸ ਤੋਂ ਪਹਿਲਾਂ 9 ਅਕਤੂਬਰ ਨੂੰ ਟਰੰਪ ਨੇ ਇੱਕ ਇੰਟਰਵਿਊ ਵਿੱਚ ਵੀ ਆਪਣੀ ਟੈਰਿਫ ਰਣਨੀਤੀ ਦੀ ਵਰਤੋਂ ਕਰਕੇ ਦੁਨੀਆ ਵਿੱਚ ਸ਼ਾਂਤੀ ਲਿਆਉਣ ਦਾ ਦਾਅਵਾ ਕੀਤਾ ਸੀ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਕੀਤੇ ਗਏ 7 ਸ਼ਾਂਤੀ ਸਮਝੌਤਿਆਂ ਵਿੱਚੋਂ ਘੱਟੋ-ਘੱਟ 5 ਵਪਾਰ ਦੇ ਜ਼ਰੀਏ ਹੋਏ ਹਨ। ਹਾਲਾਂਕਿ ਭਾਰਤ ਨੇ ਇਸ ਮਾਮਲੇ ਤੇ ਲਗਾਤਾਰ ਸਪਸ਼ਟ ਕੀਤਾ ਹੈ ਕਿ ਆਪਰੇਸ਼ਨ ਸਿੰਦੂਰ ਅਤੇ ਇਸ ਤੋਂ ਬਾਅਦ ਦੀ ਜੰਗਬੰਦੀ 'ਚ ਅਮਰੀਕਾ ਦੀ ਕੋਈ ਭੂਮਿਕਾ ਨਹੀਂ ਸੀ। ਟੈਕਸਾਸ ਦੇ ਵੇਰੈਂਟ ਕਾਉਂਟੀ ਦੇ ਫੋਰਟ ਵਰਥ ਵਿੱਚ ਹਿਕਸ 에ਅਰਫੀਲਡ ਨੇੜੇ ਦੁਪਹਿਰ ਨੂੰ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ, ਜਿਸ ਵਿੱਚ ਜਹਾਜ਼ 'ਚ ਸਵਾਰ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਸੜ ਕੇ ਸੁਆਹ ਹੋ ਗਏ। ਸੋ ਐਤਵਾਰ ਦੁਪਹਿਰ 1:30 ਵਜੇ ਦੇ ਕਰੀਬ ਇਹ ਹਾਦਸਾ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਐਵੋਨਡੇਲ ਨੇੜੇ ਨਾਰਥ ਸਾਗੀਨਾਵ ਬੁਲੇਵਾਰਡ ਦੇ 12000 ਬਲੋਕ ਹਿਕਸ 에ਅਰਫੀਲਡ ਨੇੜੇ ਇਹ ਘਟਨਾ ਵਾਪਰੀ। ਉਡਾਨ ਭਰ ਰਿਹਾ ਇੱਕ ਛੋਟਾ ਜਹਾਜ਼ ਅਚਾਨਕ ਹੇਠਾਂ ਖੜੇ ਟਰੱਕਾਂ ਦੇ ਉੱਪਰ ਡਿੱਗ ਪਿਆ, ਯਾਨੀ 18 ਪਹੀਆਂ ਵਾਲਾ ਵਾਹਨਾਂ ਵਾਲਾ ਜੋ ਟਰੱਕ ਸੀ ਜਾਂ ਟ੍ਰੇਲਰ ਸੀ ਉਹਨਾਂ ਦੇ ਉੱਪਰ ਡਿੱਗ ਗਿਆ। ਟਕਰਾਉਣ ਤੋਂ ਬਾਅਦ ਜਹਾਜ਼ ਅਤੇ ਟਰੱਕਾਂ ਨੂੰ ਭਿਆਨਕ ਅੱਗ ਲੱਗ ਗਈ। ਚਸ਼ਮਦੀਦਾ ਦੇ ਅਨੁਸਾਰ ਜਹਾਜ਼ ਡਿੱਗਣ ਤੋਂ ਬਾਅਦ ਇੱਕ ਅੱਗ ਦਾ ਗੋਲਾ ਨਿਕਲਿਆ, ਜਿਸ ਨੇ ਟਰੱਕਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਹਾਦਸੇ ਵਿੱਚ ਜਹਾਜ਼ ਅਤੇ ਕਈ ਟਰੱਕ ਪੂਰੀ ਤਰ੍ਹਾਂ ਤਬਾਹ ਹੋ ਗਏ। ਜਹਾਜ਼ ਵਿੱਚ ਸਵਾਰ ਦੋਵੇਂ ਲੋਕਾਂ ਦੀ ਅੱਗ ਵਿੱਚ ਮੌਤ ਹੋ ਗਈ ਹੈ। ਸੋ ਫੋਰਟ ਵਰਥ ਫਾਇਰ ਡਿਪਾਰਟਮੈਂਟ ਦੇ ਕਰਮਚਾਰੀਆਂ ਨੇ ਕਾਫੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਯਾਨੀ FAA ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਯਾਨੀ NTSB ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਰੇ ਗਏ ਲੋਕਾਂ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ। ਸੋਸ਼ਲ ਮੀਡੀਆ ਤੇ ਇਸ ਹਾਦਸੇ ਦੇ ਵੀਡੀਓ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚ ਕਾਲੇ ਧੂਏ ਦਾ ਗੁਬਾਰ ਦਿਖਾਈ ਦੇ ਰਿਹਾ ਹੈ। ਕੈਲੀਫੋਰਨੀਆ ਵਿੱਚ ਵੀ ਹਾਦਸਾ ਇਸੇ ਦਿਨ ਕੈਲੀਫੋਰਨੀਆ ਦੇ ਲਾਸ ਐਂਜਲਸ ਨੇੜੇ ਹਟਿੰਗਟਨ ਬੀਚ ਤੇ ਇੱਕ ਹੋਰ ਹਾਦਸਾ ਵਾਪਰਿਆ ਸੀ, ਜਿੱਥੇ ਇੱਕ ਹੈਲੀਕਾਪਟਰ ਹਾਦਸੇ ਵਿੱਚ 2 ਸਵਾਰਾਂ ਸਮੇਤ 5 ਲੋਕ ਜ਼ਖਮੀ ਹੋਏ ਹਨ। ਮਿਸਰ 'ਚ ਹੋਣ ਵਾਲੇ ਗਾਜ਼ਾ ਸ਼ਾਂਤੀ ਸੰਮੇਲਨ ਤੋਂ ਪਹਿਲਾਂ ਇੱਕ ਵੱਡੇ ਸੜਕ ਹਾਦਸੇ ਵਿੱਚ ਕਤਰ ਦੇ 3 ਡਿਪਲੋਮੈਟਸ ਦੀ ਮੌਤ ਹੋ ਗਈ। ਕਤਰ ਦੂਤਕਾਰ ਨੇ ਇਸ ਬਾਰੇ ਜਾਣਕਾਰੀ ਐਕਸ ਤੇ ਦਿੱਤੀ ਹੈ ਕਿ ਕਤਰ ਦੀ ਚੋਟੀ ਦੀ ਸਰਕਾਰੀ ਸੰਸਥਾ ਅਮੀਰੀ ਦੀਵਾਨ ਦੇ 3 ਕਰਮਚਾਰੀ ਮਿਸਰ ਦੇ ਨਾਲ ਲਾਲ ਸਾਗਰ ਰਿਜ਼ੋਰਟ ਸ਼ਹਿਰ ਸ਼ਰਮ ਅਲ ਸ਼ੇਖ ਦੇ ਨੇੜੇ ਇੱਕ ਕਾਰ ਹਾਦਸੇ ਵਿੱਚ ਮਾਰੇ ਗਏ। ਦੱਸਣਯੋਗ ਹੈ ਕਿ ਗਾਜ਼ਾ ਸ਼ਾਂਤੀ ਸੰਮੇਲਨ 13 ਸਤੰਬਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਬਦੇਲ ਫਤਾਹ ਅਲ ਸੀਸੀ ਦੀ ਸਹਿ ਪ੍ਰਧਾਨਗੀ ਵਿੱਚ ਹੋਣ ਵਾਲਾ ਹੈ। ਕਤਰ ਦੂਤਕਾਰ ਨੇ ਦੱਸਿਆ ਕਿ ਇਸ ਘਟਨਾ ਵਿੱਚ 2 ਹੋਰ ਡਿਪਲੋਮੈਟ ਜ਼ਖਮੀ ਹੋਏ ਹਨ ਅਤੇ ਉਹਨਾਂ ਨੂੰ ਇਲਾਜ ਲਈ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੂਤਕਾਰ ਨੇ ਕਿਹਾ ਹੈ ਕਿ ਜ਼ਖਮੀਆਂ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਅਦ ਵਿੱਚ ਦੋਹਾ ਤਬਦੀਲ ਕਰ ਦਿੱਤਾ ਜਾਵੇਗਾ। ਦੂਤਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਅਤੇ ਜ਼ਖਮੀਆਂ ਨੂੰ ਕਤਰ ਦੇ ਜਹਾਜ਼ ਰਾਹੀਂ ਦੋਹਾ ਲਿਜਾਇਆ ਜਾਵੇਗਾ। ਦੋਵੇਂ ਜ਼ਖਮੀ ਇਸ ਸਮੇਂ ਸ਼ਰਮ ਅਲ ਸ਼ੇਖ ਅੰਤਰਰਾਸ਼ਟਰੀ ਹਸਪਤਾਲ ਵਿੱਚ ਜ਼ਰੂਰੀ ਇਲਾਜ ਕਰਵਾ ਰਹੇ ਹਨ। ਮਿਸਰ ਦੇ ਰਾਸ਼ਟਰਪਤੀ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਇਹ ਸੰਮੇਲਨ ਮਿਸਰ ਵਿੱਚ ਲਾਲ ਸਾਗਰ ਤੇ ਸਥਿਤ ਇੱਕ ਰਿਜ਼ੋਰਟ ਸ਼ਹਿਰ ਵਿੱਚ ਸ਼ਰਮ ਅਲ ਸ਼ੇਖ ਵਿੱਚ ਹੋਵੇਗਾ, ਜਿਸ ਵਿੱਚ 20 ਤੋਂ ਵੱਧ ਦੇਸ਼ਾਂ ਦੇ ਨੇਤਾਵਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਇਸ ਸੰਮੇਲਨ ਦਾ ਉਦੇਸ਼ ਗਾਜ਼ਾ ਪੱਟੀ ਵਿੱਚ ਜੰਗ ਨੂੰ ਖਤਮ ਕਰਨਾ, ਮੱਧ ਪੂਰਬ ਵਿੱਚ ਸ਼ਾਂਤੀ ਅਤੇ ਸਥਿਰਤਾ ਪ੍ਰਾਪਤ ਕਰਨ ਦੇ ਯਤਨਾਂ ਨੂੰ ਵਧਾਉਣਾ ਅਤੇ ਖੇਤਰੀ ਸੁਰੱਖਿਆ ਅਤੇ ਸਥਿਰਤਾ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨਾ ਹੋਵੇਗਾ। ਜਦੋਂ ਤੋਂ ਅਮਰੀਕਾ ਨੇ H-1B ਵੀਜ਼ਾ ਪਾਲਿਸੀ ਨੂੰ ਲਾਗੂ ਕੀਤਾ ਹੈ, ਕਿੰਨੇ ਹੀ ਭਾਰਤੀਆਂ ਦਾ ਭਵਿੱਖ ਖਤਰੇ 'ਚ ਆ ਗਿਆ, ਕਿੰਨੇ ਲੋਕਾਂ ਨੂੰ ਅਮਰੀਕਾ ਛੱਡਣਾ ਪੈ ਰਿਹਾ ਹੈ। ਹੁਣ ਇਸ ਲਿਸਟ ਵਿੱਚ ਇੱਕ ਮਹਾਨ ਲੇਖਕ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀ ਅਮਰੀਕੀ ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਅਤੇ ਐਸਥਰ ਡੁਫਲੋ ਜਲਦੀ ਹੀ ਦੇਸ਼ ਛੱਡਣ ਵਾਲੇ ਹਨ। ਕਿਹਾ ਜਾ ਰਿਹਾ ਹੈ ਕਿ ਉਹ ਸਵਿਟਜ਼ਰਲੈਂਡ ਦੀ ਜ਼ਿਊਰਿਖ ਯੂਨੀਵਰਸਿਟੀ ਵਿੱਚ ਨੌਕਰੀ ਕਰਨਗੇ।
ਕਥਿਤ ਤੌਰ ਤੇ ਉਹ ਉੱਥੇ ਵਿਕਾਸ ਅਰਥ ਸ਼ਾਸਤਰ ਤੇ ਇੱਕ ਨਵਾਂ ਕੇਂਦਰ ਸ਼ੁਰੂ ਕਰਨ ਜਾ ਰਹੇ ਹਨ। यूनिवर्सिटी ने अधिकारित तौर पर इसकी पुष्टि की है। फिलहाल इस बारे कोई अधिकारित जानकारी नहीं है कि बैनर्जी और डुफ्लो अमेरिका क्यों छड़ रहे हैं। ज्यूरिख यूनिवर्सिटी ने कहा कि यह जोड़ा अगले साल जुलाई तो यूनिवर्सिटी के अर्थशास्त्र विभाग में शामिल होगा। वर्तमान में दोवें मैसेच्यूसेट्स इंस्टीट्यूट ऑफ टैक्नोलॉजी के नाल जुड़े हुए हैं। 2019 में उन्होंने माइकल क्रेमर नाल अंतरराष्ट्रीय गरीबी घटाउण लई उन्हां दे प्रयोगात्मक पहुंच लई नोबल पुरस्कार जित्तिया सी। यूनिवर्सिटी ने उन्हां दे जाण दा कारण नहीं दस्सिया। दोवां दा स्विट्जरलैंड जाना अजिहे समय आया जदों माहर चेतावनी दे रहे हैं कि अमरीकी राष्ट्रपति डोनाल्ड ट्रंप ने खोज फंडिंग विच कटौती का ऐलान किया है। माहरा दा मनना है कि खोज फंडिंग विच कमी अते देश विच यूनिवर्सिटी की आज़ादी ते हमले दिमागी निकास का कारण बन सकते हैं। इस दौरान बहुत सारे देश अमरीकी विग्यानियों को आकर्षित करने की कोशिश कर रहे हैं। डुफ्लो अमेरिका और फ्रांस में दोहरी नागरिकता रखता है। इस साल उसने फ्रांसीसी अखबार ले मोंडो विच एक संपादकी सह लेखक की जिस विच अमेरिका च विज्ञान को निशाना बनाने असाधारण दस्या गया और इसकी निंदा की गई। यूनिवर्सिटी ने ऐलान किया है कि अभिजीत बनर्जी और डुफ्लो दोवां नूं लेमन फाउंडेशन द्वारा फंड प्राप्त प्रोफैसरशिप प्राप्त होगी। गाजा 2 साल तो इजराइल और हमास लिए युद्ध खेतर रहा है। हुण इत्थे एक स्थाई शांति समझौते ते पहुंचण की संभावना है। शांति योजना समझौते के हिस्से वजों हमास आखिरी 20 इजरायली बंधकों को रिहा करेगा। इजराइल इस लिए पूरी तरह तैयार है। दरअसल अमरीकी राष्ट्रपति डोनाल्ड ट्रंप अमेरिका द्वारा प्रस्तावित समझौते और युद्ध तो बाद दियां योजनावां ते नेतावां नाल चर्चा करने लिए मध्य पूरब का दौरा कर रहे हैं। अमरीकी राष्ट्रपति की शांति योजना के पहले पड़ाव से सहमति बनने तो बाद गाजा नूं मनुखी सहायता विच वाधा होने की उम्मीद है। सो शांति योजना के पहले पड़ाव से समझौते के बावजूद हमास और गाजा के भविख बारे बहुत सारे सवाल बाकी हैं। बंधकों और कैदियों का यह आदान प्रदान इजराइल और इस कट्टरपंथी संगठन विचकार घातक युद्ध को खत्म करने वाला एक महत्वपूर्ण कदम है। इजरायली मीडिया इस वेले सिर्फ एक ही विषय पर चर्चा कर रही है। इजरायली टीवी चैनलों ने बंधकों की रिहाई नाल संबंधित विशेष प्रोग्राम प्रसारित किए। लोग अज सवेरे तेल अबीब के बंधक चौंक विच एक वड्डी स्क्रीन के आले दुआले इकट्ठे होने शुरू हो गए। इजरायली ने एकता दिखाने लिए पीले पिन अते रिबन पहने हुए सन। सो इजराइल सोमवार को इक्को समय 20 बचे हुए बंधकों को रिहा करने की उम्मीद करता है। उन्होंने रैड क्रॉस की अंतरराष्ट्रीय कमेटी और फिर इजरायली फौज के हवाले किया जाएगा। मनिया जा रहा है कि बचे हुए बंधकों को पहला रिहा किया जाएगा। चीन ने कहा है कि वो अमेरिका नाल व्यापार युद्ध तो नहीं डरदा। हालांकि अमरीकी राष्ट्रपति डोनाल्ड ट्रंप ने चीनी समान ते सख्त नवे जवाबी टैरिफ लगाने की धमकी दी सी। चीन के वणज मंत्रालय के बुलारे ने कहा कि अमेरिका टैक्स बुक डबल स्टैंडर्ड अपना रहा है। उन्होंने दुर्लभ धरती के खनिजा ते चीन के नवे निर्यात नियंत्रण के जवाब विच अमरीकी आयात ते 100% वाधू टैरिफ लगाने के ट्रंप के प्रस्ताव की आलोचना की है। चीन वालों दुर्लभ धरती के खनिजा लिए एक नवी निर्यात नीति लागू करने तो बाद अमेरिका और चीन विचकार तनाव वध गया है। चीन के नवे नियमों के तहत विदेशी कंपनियों को 0.1% तो वध चीनी निर्मित दुर्लभ धरती वाले उत्पादों को निर्यात करने लिए लाइसेंस प्राप्त करने की लोड़ होगी। फौजी वरतों वाली चीज़ों की इजाजत नहीं दी जाएगी। चीन ने इस उपाय को जायज़ अंतरराष्ट्रीय उपाय दस्या ਅਤੇ ਇਹ भी कहा कि इसका विश्वव्यापी सप्लाई चेना ते बहुत सीमित प्रभाव पवेगा। सो शुक्रवार को ट्रंप ने ऐलान किया कि 1 नवंबर तो चीन तो आयात किए गए समान ते 100% टैरिफ लगाए जाएंगे। अमेरिका ने सारे महत्वपूर्ण सॉफ्टवेयर ते निर्यात नियंत्रण का भी ऐलान किया। उन्होंने दे बयान तो बाद अमरीकी स्टॉक मार्केट को $2 ट्रिलियन का नुकसान होया। चीन के वणज मंत्रालय के बुलारे ने कहा कि अमेरिका ने राष्ट्रीय सुरक्षा चिंतावां का फायदा उठा के चीन विरुद्ध पक्षपाती कदम चुके हैं। उन्होंने जोर देकर कहा कि चीन व्यापार युद्ध नहीं चाहता पर डरदा भी नहीं है। चीन ने यह भी कहा कि अमेरिका की 3000 तो वध वस्तुओं की नियंत्रण सूची चीन नालों 3 गुना लंबी है। चीन की निर्यात नियंत्रण सूची में लगभग 900 दोहरी वरतों वाली वस्तुआं शामिल हैं। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਯੂਐਸਏ ਟੀਵੀ ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।